ਮੁੜ ਕੇ ਫਿਰ 2-3 ਤਰੀਕ ਤੋਂ ਔਨਵਰਡ ਤੇ ਫੌਜ ਵੀ ਆ ਗਈ ਤੇ ਮਤਲਬ ਪੂਰੇ ਜ਼ੋਰ ਸ਼ੋਰ ਨਾਲ ਅਟੈਕ ਕੀਤਾ। ਇਹ ਭੁਲੇਖਾ ਖਾ ਕੇ ਵੀ ਉਹ ਮੁੱਠੀ ਭਰਨੇ ਤੇ ਅਸੀਂ 2 ਘੰਟਿਆਂ 'ਚ ਲੈ ਆਉਣੇ ਆ ਬਾਹਰ। ਤੁਹਾਡੇ ਭਾਈ ਸਾਹਿਬ ਵੀ ਇਹਦੇ 'ਚ ਸ਼ਾਮਲ ਰਹੇ ਸੀ? ਹਾਂਜੀ ਬਿਲਕੁਲ ਰਹੇ ਸੀ ਜੀ। ਤੁਹਾਡੇ ਨਾਲ ਮੁਲਾਕਾਤ ਕਦੋਂ ਹੋਈ ਸੀ ਆਖਰੀ? ਬਲੂ ਸਟਾਰ ਐਕਸ਼ਨ ਤੋਂ ਹਫ਼ਤਾ 10 ਦਿਨ ਪਹਿਲਾਂ। ਪਤਾ ਸੀ ਉਹਨਾਂ ਨੂੰ ਇਹ ਹਮਲਾ ਹੋਊ? ਹਾਂਜੀ ਹਾਂਜੀ ਬਿਲਕੁਲ ਪਤਾ ਸੀ, ਸਾਰਿਆਂ ਨੂੰ ਹੀ ਪਤਾ ਸੀ ਜੀ। ਸਾਨੂੰ ਵੀ ਪਤਾ ਸੀ, ਕੌਮ ਨੂੰ ਵੀ ਪਤਾ ਸੀ ਵੀ ਇਹ ਕੁਛ ਹੋਣਾ ਹੈ। ਤਿਆਰੀ ਕੀਤੀ ਜਾ ਰਹੀ ਸੀ 1.5 ਸਾਲ ਪਹਿਲਾਂ ਤੋਂ ਚਕਰਾਤੇ ਤਿਆਰੀ ਕੀਤੀ ਜਾ ਰਹੀ ਹੈ। ਔਰ ਇੰਦਰਾ ਗਾਂਧੀ ਨੇ ਬਕਾਇਦਾ ਅਕਾਲੀ ਦਲ ਨੂੰ ਆਫਰ ਦਿੱਤੀ ਸੀ ਵੀ ਤੁਸੀਂ ਪੰਜਾਬ ਲਈ ਜੋ ਚਾਹੀਦਾ ਲੈ ਲਓ ਤੇ ਇਹ ਕੰਮ ਤੁਸੀਂ ਨਾ ਕਰੋ। ਅਕਾਲੀ ਦਲ ਵੀ ਸੀ, ਕਾਂਗਰਸ ਵੀ ਸੀ, ਬੀਜੇਪੀ ਸੀ, ਬਹੁਤ ਸਾਰੀਆਂ ਰਾਜਸੀ ਪਾਰਟੀਆਂ ਹੋਣਗੀਆਂ। ਕਿਆ ਉਹ ਸਾਰੀਆਂ ਇੱਕ ਮੂਕ ਦਰਸ਼ਕ ਬਣ ਕੇ ਵੇਖਦੀਆਂ ਰਹੀਆਂ? ਜਨਰਲ ਸੁਬੇਗ ਸਿੰਘ ਨਾਲ ਦਾ ਕੀ ਰੋਲ ਰਿਹਾ? ਦੇਖੋ ਜਨਰਲ ਸੁਬੇਗ ਸਿੰਘ ਹੁਣੀ ਸਾਰਾ ਅੰਦਰ ਦੀ ਟਾਕਰਾ ਕਰਨ, ਫੌਜ ਨਾਲ ਮੁਕਾਬਲਾ ਕਰਨ ਦੀ ਸਾਰੀ ਪਲੈਨਿੰਗ ਹੀ ਉਹਨਾਂ ਦੀ ਸੀ, ਕਿਉਂਕਿ ਉਹ ਬਹੁਤ ਤਜਰਬੇਕਾਰ ਸਨ। ਪਰ ਕਾਂਗਰਸ ਸਰਕਾਰ ਨੂੰ ਵੀ ਆਪੋਜ਼ਿਟ ਕਰਨ ਵਾਲਾ ਕੋਈ ਨਹੀਂ ਸੀ ਸੈਂਟਰ ਲੈਵਲ ਤੇ। ਨਿਰੰਕਾਰੀਆਂ ਨੂੰ ਦਿੱਲੀ ਦੇ ਵਿੱਚ ਲਗਭਗ 100 ਏਕੜ ਜਗ੍ਹਾ ਦੇ ਕੇ ਗੁਰਬਚਨ ਸਿੰਘ ਨੂੰ ਜਾਂ ਇਹਦਾ ਪਿਓ ਸੀ ਜਿਹੜਾ ਪਹਿਲਾਂ, ਉਹਨਾਂ ਨੂੰ ਦੇ ਕੇ ਉਹਨਾਂ ਨੂੰ ਖੜੇ ਕੀਤਾ ਸਿੱਖਾਂ ਦੇ ਵਿਰੁੱਧ। ਔਰ 1996 'ਚ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਈ ਸੀ 17 ਸਾਲ ਬਾਅਦ ਹੋਈ ਸੀ ਜੀ। ਹੁਣ ਵੀ 11 'ਚ ਡਿਊ ਸੀ, 13 ਸਾਲ ਉੱਤੇ ਹੋ ਗਏ ਆ। ਫਿਰ ਹਮਲਾ ਕਿਉਂ? ਮੇਰਾ ਫਿਰ ਸਵਾਲ ਉਹਦੇ ਤੇ ਆ ਰਿਹਾ ਕਿ ਫਿਰ ਹਮਲਾ ਕਿਉਂ? ਹਰ ਸਾਲ ਜਦੋਂ ਜੂਨ ਦਾ ਸਪਤਾਹ ਆਏਗਾ, ਹਾਂਜੀ ਇਸ ਤਰ੍ਹਾਂ ਹੀ ਬਿਲਕੁਲ ਤੁਹਾਡੇ ਬੋਲ ਇਸ ਤਰ੍ਹਾਂ ਹੀ ਰਹਿਣਗੇ ਜਿਸ ਤਰੀਕੇ ਨਾਲ ਸਾਰੀ ਸਿੱਖ ਕੌਮ ਦੇ ਹੀ ਰਹਿਣਗੇ। ਜੂਨ ਮਹੀਨੇ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਇੱਕ ਵੱਡਾ ਸੰਤਾਪ ਜਿਹੜਾ ਹੈ ਯਾਦ ਆਉਂਦਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਜੂਨ 1984 ਦੀ। ਉਹ ਦਿਨ ਜਿਸ ਦਿਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸੀ ਤੇ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋਏ। ਸਿੱਖਾਂ ਦੇ ਹਿਰਦੇ ਵਲੂੰਦਰੇ ਗਏ, ਲੇਕਿਨ ਅੱਜ ਵੀ ਸਵਾਲ ਖੜੇ ਨੇ ਕਿ ਆਖਿਰਕਾਰ ਹਮਲਾ ਕਿਉਂ ਇਸ ਤਰੀਕੇ ਦੇ ਨਾਲ ਭਾਰਤੀ ਫੌਜ ਨੂੰ ਕਿਸੇ ਧਰਮ ਸਥਾਨ ਤੇ ਜਾ ਕੇ ਹਮਲਾ ਕਰਨਾ ਪਿਆ? ਤਾਂ ਕੀ ਉਸ ਵੇਲੇ ਦੇ ਹਾਲਾਤ ਸੀ? ਕਿਉਂ ਇਹ ਹਮਲਾ ਹੋਇਆ? ਕੀ ਉਹਦੇ ਮਾਪਦੰਡ ਸੀ? ਕੀ ਸਰਕਾਰਾਂ ਦਾ ਰੋਲ ਸੀ? ਅੱਜ ਅਸੀਂ ਇੱਕ ਵੱਡੀ ਚਰਚਾ ਕਰਾਂਗੇ ਸਰਦਾਰ ਉਪਕਾਰ ਸਿੰਘ ਸੰਧੂ ਹੋਰਾਂ ਦੇ ਨਾਲ, ਕਿਉਂਕਿ ਉਸ ਪਰਿਵਾਰ ਤੋਂ ਤਾਲੁਕ ਨੇ ਕਿ ਇਹਨਾਂ ਦੇ ਭਾਈ ਸਾਹਿਬ ਜਿਹੜੇ ਨੇ ਉਸ ਮਾਹੌਲ 'ਚ ਸੀ। ਤਾਂ ਉਸ ਤੋਂ ਬਾਅਦ ਜਿਹੜਾ ਹੈ ਸਾਰਾ ਸੰਤਾਪ ਹੋਇਆ ਤਾਂ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਵੀ ਆਪਣੀ ਜਿਹੜੀ ਜਾਨ ਦਿੱਤੀ। ਤਾਂ ਅੱਜ ਸਭ ਤੋਂ ਪਹਿਲਾ ਸਵਾਲ ਅਸੀਂ ਇਹਨਾਂ ਨੂੰ ਕਰਾਂਗੇ ਕਿ ਆਖਿਰਕਾਰ ਇਹ ਮਸਲਾ ਜਿਹੜਾ ਹੈ ਸੰਧੂ ਸਾਹਿਬ, ਹਰ ਸਾਲ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਵਿਚਾਰਿਆ ਜਾਂਦਾ ਹੈ, ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ। ਮੈਂ ਪਹਿਲਾ ਸਵਾਲ ਤੁਹਾਨੂੰ ਕਰਨਾ ਚਾਹੂੰਗਾ ਕਿ ਕਿਆ ਇਹ ਹਮਲਾ ਰੋਕਿਆ ਜਾ ਸਕਦਾ ਸੀ? ਬਿਲਕੁਲ ਰੋਕਿਆ ਜਾ ਸਕਦਾ ਸੀ ਜੀ। ਇਹਦੀ ਕੋਈ ਜ਼ਰੂਰਤ ਹੀ ਨਹੀਂ ਸੀ। ਪਹਿਲੀ ਗੱਲ ਤਾਂ ਇਹਦੀ ਜ਼ਰੂਰਤ ਨਹੀਂ ਸੀ। ਮੰਨ ਲਓ ਜੇ ਕਰਨਾ ਵੀ ਸੀ ਤੇ ਬਹੁਤ ਤਰੀਕੇ ਨੇ ਸਰਕਾਰਾਂ ਦੇ ਕੋਲ। ਇੰਨੀ ਵੱਡੀ ਤਾਕਤ ਆ, ਫੌਜਾਂ, ਆਰਮੀ ਆ, ਏਅਰਫੋਰਸ ਆ, ਤੇ ਘੇਰਾ ਪਾ ਕੇ ਤੁਸੀਂ ਉਹ ਰਸਤੇ ਬੰਦ ਕਰ ਸਕਦੇ ਜੇ। ਸੰਤ ਰਾਮਪਾਲ ਦਾ ਹੋਇਆ ਸੀ ਇੰਸੀਡੈਂਟ, ਵਾਪਸ ਸੀ ਕਿੰਨਾ ਚਿਰ ਇਹਨਾਂ ਨੇ ਅੰਦਰ ਕੋਈ ਐਂਟਰੈਂਸ ਨਹੀਂ ਸੀ ਕੀਤੀ, ਸਾਰਾ ਪਾਣੀ ਜੋ ਕੁਛ ਬਾਹਰੋਂ ਬੰਦ ਕੀਤਾ ਸੀ। ਪਰ ਸਰਕਾਰ ਦੀ ਇੰਟੈਂਸ਼ਨ ਮਾੜੀ ਸੀ। ਇੰਦਰਾ ਗਾਂਧੀ ਦੀ ਇੰਟੈਂਸ਼ਨ ਸਿੱਖ ਕੌਮ ਨੂੰ ਜਲੀਲ ਕਰਨ ਦੀ ਸੀ ਤੇ ਇਹ ਉਹਦਾ ਇਸ਼ੂ ਨਹੀਂ ਸੀ। ਜੇ ਇਹ ਇਸ਼ੂ ਹੁੰਦਾ ਤੇ ਫਿਰ ਬਾਕੀ 45-46 ਗੁਰਦੁਆਰਿਆਂ ਤੇ ਅਟੈਕ ਕਿਉਂ ਹੋਇਆ? ਉੱਥੇ ਤੇ ਕੋਈ ਨਾ ਹਥਿਆਰ ਸੀ, ਨਾ ਜਰਨੈਲ ਸਿੰਘ ਭਿੰਡਰਾਂਵਾਲੇ ਸਰ। ਇੰਟੈਂਸ਼ਨ ਮਾੜੀ ਸੀ। ਕਿਉਂ ਇੰਟੈਂਸ਼ਨ ਮਾੜੀ? ਉਹ ਸਿੱਖ ਕੌਮ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਵੈਸੇ ਤੇ ਇਹ ਆ ਵੀ 1947 ਤੋਂ ਹੀ ਇਹ ਚੱਲ ਰਿਹਾ ਕੰਮ। ਗੱਲ ਫਿਰ ਉੱਥੋਂ ਸ਼ੁਰੂ ਹੋ ਜਾਂਦੀ 10 ਅਕਤੂਬਰ ਦੇ ਸਰਕੂਲਰ ਤੋਂ, ਉਦੋਂ ਤੋਂ ਹੀ ਚੱਲ ਰਿਹਾ। ਪਰ ਇੰਦਰਾ ਗਾਂਧੀ ਦਾ ਇਹ ਕਿ 1975 ਦੇ ਵਿੱਚ ਇਹਨੇ ਐਮਰਜੈਂਸੀ ਲਾਈ ਤੇ ਸਾਰੇ ਦੇਸ਼ ਦੇ ਲੀਡਰ ਫੜ ਕੇ ਇਹਨਾਂ ਜੇਲ੍ਹਾਂ 'ਚ ਡੱਕ ਦਿੱਤੇ ਸੀ ਤੇ ਉਸ ਵੇਲੇ ਇਕੱਲਾ ਅਕਾਲੀ ਦਲ ਸੀ, ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਇੱਕ ਮੁੱਠ ਸੀ, ਇੱਕੋ ਅਕਾਲੀ ਦਲ ਸੀ, ਕੋਈ ਉਹਨਾਂ ਦੇ ਵਿੱਚ ਧੜੇਬੰਦੀਆਂ ਨਹੀਂ ਸੀ ਹੈਗੀਆਂ। ਔਰ ਇੰਨੇ ਵੱਡੇ ਲੈਵਲ ਤੇ ਐਜੀਟੇਸ਼ਨ ਕੀਤੀ ਸੀ ਕਿ ਕੋਈ 53-55 ਹਜ਼ਾਰ ਰੁਪਏ ਅਕਾਲੀ ਦਲ ਦੇ ਵਰਕਰ ਜਿਹੜੇ ਉਹ ਜੇਲ੍ਹਾਂ 'ਚ ਗਏ ਤੇ ਜੇਲ੍ਹਾਂ ਦੇ ਵਿੱਚ ਜਗ੍ਹਾ ਨਹੀਂ ਸੀ ਰਹਿ ਗਈ। ਔਰ ਇੰਦਰਾ ਗਾਂਧੀ ਨੇ ਬਕਾਇਦਾ ਅਕਾਲੀ ਦਲ ਨੂੰ ਆਫਰ ਦਿੱਤੀ ਸੀ ਵੀ ਤੁਸੀਂ ਪੰਜਾਬ ਲਈ ਜੋ ਚਾਹੀਦਾ ਲੈ ਲਓ ਤੇ ਇਹ ਕੰਮ ਤੁਸੀਂ ਨਾ ਕਰੋ। ਪਰ ਅਕਾਲੀ ਦਲ ਨੇ, ਜਿਵੇਂ ਕਿ ਸਿੱਖ ਹਮੇਸ਼ਾ ਹੀ ਜ਼ੁਲਮ ਦੇ ਵਿਰੁੱਧ, ਮਜ਼ਲੂਮ ਦੇ ਹੱਕ 'ਚ ਖੜਾ ਹੋਇਆ, ਉਹ ਖੜੇ ਹੋਏ। ਔਰ ਸੰਤ ਕਰਤਾਰ ਸਿੰਘ ਜੀ ਨੇ ਜਿਹੜੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ, ਉਹਨਾਂ ਨੇ 37 ਜਲੂਸ ਐਮਰਜੈਂਸੀ ਦੇ ਵਿੱਚ ਕੱਢੇ।
ਔਰ ਦਿੱਲੀ ਦੇ ਵਿੱਚ ਲਾਲ ਕਿਲੇ ਇੱਕ ਬਹੁਤ ਵੱਡਾ ਇਕੱਠ ਸੀ। ਉੱਥੇ ਇੰਦਰਾ ਗਾਂਧੀ ਵੀ ਆਈ, ਕੁਛ ਉੱਠ ਕੇ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉੱਠ ਕੇ ਉਹਦੀ ਸਤਿਕਾਰ ਕਰਨ ਲੱਗੇ ਤੇ ਸੰਤ ਕਰਤਾਰ ਸਿੰਘ ਜੀ ਬਕਾਇਦਾ ਬੋਲੇ ਆਪਣੀ ਸਪੀਚ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਹੋਰ ਕੋਈ ਨਹੀਂ ਹੈਗਾ। ਉਹ ਗੱਲ ਉਹਨੂੰ ਬੜੀ ਇੰਦਰਾ ਗਾਂਧੀ ਨੇ ਚੁੱਭੀ ਤੇ ਉਹਨੇ ਇੱਕ ਮਨ ਵਿੱਚ ਧਾਰ ਲਈ ਸੀ ਕਿ ਮੈਂ ਸਿੱਖਾਂ ਨੂੰ ਸਬਕ ਸਿਖਾਉਣਾ। ਇਹੀ ਕਾਰਨ ਸੀ, ਉਸ ਤੋਂ ਪਹਿਲਾਂ ਕੋਈ ਆ ਡੇਰਾਵਾਦ ਇਸ ਤਰ੍ਹਾਂ ਦਾ ਨਹੀਂ ਸੀ ਹੈਗਾ। ਨਿਰੰਕਾਰੀਆਂ ਨੂੰ ਦਿੱਲੀ ਦੇ ਵਿੱਚ ਲਗਭਗ 100 ਏਕੜ ਜਗ੍ਹਾ ਦੇ ਕੇ ਗੁਰਬਚਨ ਸਿੰਘ ਨੂੰ ਜਾਂ ਇਹਦਾ ਪਿਓ ਸੀ ਜਿਹੜਾ ਪਹਿਲਾਂ ਉਹਨਾਂ ਨੂੰ ਦੇ ਕੇ ਉਹਨਾਂ ਨੂੰ ਖੜੇ ਕੀਤਾ ਸਿੱਖਾਂ ਦੇ ਵਿਰੁੱਧ ਜੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਰਾਬਰ ਆਪਣੀ ਬਾਣੀ ਲਿਖੀ। ਔਰ 1978 ਜਦੋਂ ਕਿ ਵਿਸਾਖੀ ਵਾਲਾ ਦਿਨ ਕੇਵਲ ਤੇ ਕੇਵਲ ਖਾਲਸੇ ਦਾ ਸਾਜਨਾ ਦਿਵਸ ਹੁੰਦਾ ਜੀ, ਬਿਲਕੁਲ ਜਾਣ ਕੇ ਉਸ ਦਿਨ ਉਹਨਾਂ ਨੂੰ ਜਿਵੇਂ ਵੀ ਆ, ਭਾਵੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ, ਹੁਣ ਪਤਾ ਨਹੀਂ ਕੀ ਉਹਦਾ ਡੰਡਾ ਸੀ, ਕਿਸ ਕਰਕੇ ਡਰਾ ਲਿਆ ਕਿ ਉਹ ਸੇਮ ਡੇ ਤੇ ਇੱਥੇ ਉਹਨਾਂ ਨੇ ਜਲੂਸ ਕੱਢਿਆ। ਉਹਦੇ 'ਚ 7 ਗੁਰੂ 5 ਪਿਆਰਿਆਂ ਦੇ ਮੁਕਾਬਲੇ ਤੇ 7 ਸਿਤਾਰੇ ਬਣਾਏ, ਬਾਣੀ ਦੇ ਵਿੱਚ ਬਹੁਤ ਗਲਤ ਸ਼ਬਦ ਵਰਤਦੇ ਸਨ। ਇੱਥੇ ਜਲੂਸ ਕੱਢਿਆ ਔਰ ਉਹਦੇ ਵਿੱਚ 13 ਸਿੰਘ ਵੀ ਸ਼ਹੀਦ ਹੋਏ, ਜ਼ਖਮੀ ਬਹੁਤ ਜ਼ਿਆਦਾ ਹੋਏ, ਜਿੱਥੋਂ ਇਹ ਇੱਕ ਸੰਘਰਸ਼ ਦਾ ਰੂਪ ਧਾਰਨ ਕਰ ਗਿਆ। ਔਰ ਇਹ ਸਾਰਾ ਕੁਝ ਜਾਣ ਬੁੱਝ ਕੇ ਗਿਥੀ ਮਿਥੀ ਸਾਜ਼ ਦੇ ਤਹਿਤ ਸੀ। ਫਿਰ ਉਹਨੂੰ ਕੋਈ ਸਜ਼ਾ ਨਾ ਮਿਲੀ, ਉਹ ਸਰਕਾਰੀ ਗੱਡੀ 'ਚ ਦਿੱਲੀ ਪਹੁੰਚਾਇਆ ਗਿਆ। ਉਹਦਾ ਮੁਕੱਦਮਾ 2 ਸਾਲ ਦੇ ਵਿੱਚ ਉਹਨੂੰ ਬਰੀ ਕਰਤਾ ਗਿਆ, ਕਰਨਾਲ ਮੁਕੱਦਮਾ ਬਦਲ ਕੇ, ਜਦ ਕਿ ਸਿੱਖਾਂ ਨੂੰ 84 ਦਾ ਕਤਲੇਆਮ ਔਰ 84 ਦਾ ਅਟੈਕ ਜਾਂ ਕੁਛ ਵੀ ਅੱਜ ਤੱਕ ਕਦੀ ਇਨਸਾਫ ਨਹੀਂ ਮਿਲਿਆ। ਪਰ ਮੇਰਾ ਸਵਾਲ ਹੈ ਕਿ ਉਸ ਸਮੇਂ ਹਕੂਮਤ ਵੀ ਹੋਏਗੀ, ਸਰਕਾਰਾਂ ਵੀ ਹੋਣਗੀਆਂ, ਅਕਾਲੀ ਦਲ ਵੀ ਸੀ, ਕਾਂਗਰਸ ਵੀ ਸੀ, ਬੀਜੇਪੀ ਸੀ, ਬਹੁਤ ਸਾਰੀਆਂ ਰਾਜਸੀ ਪਾਰਟੀਆਂ ਹੋਣਗੀਆਂ, ਕਿਆ ਉਹ ਸਾਰੀਆਂ ਇੱਕ ਮੂਕ ਦਰਸ਼ਕ ਬਣ ਕੇ ਵੇਖਦੀਆਂ ਨਹੀਂ? ਨਹੀਂ, ਸਾਰੀਆਂ ਹੀ ਪਾਰਟੀਆਂ ਦਾ ਵਿਰੋਧ ਵਿੱਚ ਰੋਲ ਸੀ, ਈਵਨ ਅਕਾਲੀ ਦਲ ਦਾ ਵੀ, ਕਿਉਂਕਿ ਉਸ ਵੇਲੇ ਸਿੱਖ ਕੌਮ ਜਿਹੜੀ ਆ ਉਹ ਸੰਤ ਜਰਨੈਲ ਸਿੰਘ ਜੀ ਦੇ ਨਾਲ ਜੁੜ ਚੁੱਕੀ ਸੀ ਸਾਰੀ, ਕਿਉਂਕਿ ਕੌਮ ਦੀ ਗੱਲ ਕਰਦੇ ਸੀ, ਕੌਮ ਦੀ ਹੋਂਦ ਦੀ, ਕੌਮ ਦੀ ਆਜ਼ਾਦੀ ਦੀ, ਕੌਮ ਨਾਲ ਹੋ ਰਹੀਆਂ ਵਧੀਕੀਆਂ ਦੇ ਵਿਰੋਧ ਵਿੱਚ। ਜਿਵੇਂ ਅਨੰਦਪੁਰ ਸਾਹਿਬ ਦਾ ਮਤਾ ਉਸ ਵੇਲੇ ਚੱਲ ਰਿਹਾ ਸੀ, ਵੱਧ ਅਧਿਕਾਰ ਸੂਬਿਆਂ ਨੂੰ, ਉਸ ਮਸਲੇ ਤੇ ਸੰਤ ਜਰਨੈਲ ਸਿੰਘ ਹੁਣਾਂ ਨੇ ਸਟੈਂਡ ਲਿਆ ਹੋਇਆ ਸੀ। ਸਾਂਝਾ ਮੋਰਚਾ ਅਕਾਲੀ ਦਲ ਦਾ ਤੇ ਉਹ ਚੱਲਿਆ ਜਦੋਂ ਪਹਿਲਾਂ ਸੰਤਾਂ ਨੇ ਮੋਰਚਾ ਲਾਇਆ, ਤੇ ਉਹਦੇ ਵਿੱਚ ਸੰਤਾਂ ਦੇ ਹੁੰਦਿਆਂ ਉਹ ਸ਼੍ਰੋਮਣੀ ਅਕਾਲੀ ਦਲ ਵਾਲੇ ਉਸ ਮੋਰਚੇ ਤੋਂ ਪਾਸੇ ਨਹੀਂ ਹੋ ਸਕਦੇ, ਥੜਕ ਨਹੀਂ ਸੀ ਸਕਦੇ ਜਿੰਨਾ ਚਿਰ ਸੰਤ ਹੈਗੇ ਸਨ। ਸੋ ਉਹਨਾਂ ਨੇ ਵੀ ਇਨਡਾਇਰੈਕਟਲੀ ਚਿੱਠੀਆਂ ਲਿਖ ਕੇ ਤੇ ਸੈਂਟਰ ਗੌਰਮੈਂਟ ਨੂੰ ਬੁਲਾਵਾ ਦਿੱਤਾ, ਕਿਉਂਕਿ ਉਹ ਸਮਝਦੇ ਸਨ ਕਿ ਜਿੰਨਾ ਚਿਰ ਸੰਤ ਜਰਨੈਲ ਸਿੰਘ ਨੇ ਅਸੀਂ ਜੀਰੋ ਹਾਂ, ਸਾਡੀ ਕੋਈ ਗੱਲ ਨਹੀਂ ਬਣਨੀ, ਸਾਡੀ ਹੋਂਦ ਖਤਮ ਹੋ ਗਈ ਆ। ਇਸ ਕਰਕੇ ਦੂਜੀਆਂ ਪਾਰਟੀਆਂ ਨੇ ਤਾਂ ਖੁਸ਼ੀ ਮਨਾਉਣੀ ਸੀ, ਬੀਜੇਪੀ ਜਾਂ ਕੋਈ ਹੋਰ ਆ, ਕਾਂਗਰਸ ਤੇ ਖੁਦ ਅਟੈਕ ਕਰ ਰਹੀ ਸੀ, ਪਰ ਸ਼੍ਰੋਮਣੀ ਅਕਾਲੀ ਦਲ ਵੀ ਇਹਦੇ ਵਿੱਚ ਭਾਗੀਦਾਰ ਬਣੀ ਇਸ ਐਕਸ਼ਨ। ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਜਾਂਦੀ ਹੈ, ਸ਼੍ਰੋਮਣੀ ਕਮੇਟੀ ਬਹੁਤ ਵੱਡਾ ਅਦਾਰਾ ਹੈ, ਸਿੱਖਾਂ ਦੀ ਸਰਮੌਰ ਸੰਸਥਾ ਹੈ, ਉਹਦਾ ਰੋਲ ਫਿਰ ਠੀਕ ਨਹੀਂ ਰਿਹਾ ਉਸ ਵੇਲੇ? ਇਹ ਤਾਂ ਸ਼੍ਰੋਮਣੀ ਕਮੇਟੀ ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਛੇਤੀ ਹੀ ਉਸ ਤੋਂ ਬਾਅਦ ਤੋਂ ਸੈਂਟਰ ਦੀ ਹਕੂਮਤ ਦਾ ਹਮੇਸ਼ਾ ਕਬਜ਼ਾ ਹੈ। ਸਿਸਟਮ ਹੀ ਇਸ ਤਰ੍ਹਾਂ ਦਾ ਹੈ, ਸੰਵਿਧਾਨ ਇਸ ਤਰ੍ਹਾਂ ਦਾ, ਇਲੈਕਸ਼ਨ ਨਹੀਂ ਕਰਾਉਣੀ। ਤੁਸੀਂ ਦੇਖੋ ਕਿ ਹਰ 5 ਸਾਲਾਂ ਬਾਅਦ ਇਲੈਕਸ਼ਨਸ ਹੁੰਦੀਆਂ ਨੇ, MLAs ਦੀਆਂ ਹੁੰਦੀਆਂ, MP ਦੀਆਂ ਹੁੰਦੀਆਂ ਨੇ। ਔਰ 1996 'ਚ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਈ ਸੀ 17 ਸਾਲ ਬਾਅਦ ਹੋਈ ਸੀ ਜੀ। ਹੁਣ ਵੀ 11 'ਚ ਡਿਊ ਸੀ, 13 ਸਾਲ ਉੱਤੇ ਹੋ ਗਏ ਆ। ਮਤਲਬ ਉਹ ਜਾਣ ਕੇ ਨਹੀਂ, ਪਰ ਮੈਂ ਉਸ ਦਹਾਕੇ ਦੀ ਗੱਲ ਕਰ ਰਿਹਾ, ਉਸ ਸਮੇਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਸੀ ਚਾਹੀਦਾ ਕਿ ਇਸ ਨੂੰ ਰੋਕ ਸਕਦੇ ਜਾਂ ਕੋਈ ਐਫਰਟ ਕਰਦੇ? ਵੇਖੋ, ਸ਼੍ਰੋਮਣੀ ਕਮੇਟੀ ਤੇ ਇੱਕ ਗੁਰਦੁਆਰਿਆਂ ਦੇ ਪ੍ਰਬੰਧ ਦੀ ਸੰਸਥਾ ਸੀ ਨਾ, ਮਤਲਬ ਜਿਹੜੀ ਤਾਕਤ ਸੀ ਸਿਆਸੀ ਤਾਕਤ ਰੋਕਣ ਵਾਲੀ, ਉਹ ਤਾਂ ਅਕਾਲੀ ਦਲ ਕੋਲ ਹੀ ਸੀ। ਉਹ ਕਾਲ ਉਹ ਸ਼੍ਰੋਮਣੀ ਕਮੇਟੀ ਦੀ ਕਾਲ ਨਹੀਂ ਹੋਣੀ, ਅਕਾਲੀ ਦਲ ਦੀ ਹੋਣੀ ਸੀ। ਜੇ ਵੀ ਕੋਈ ਮੋਰਚਾ ਜਾਂ ਜਿਵੇਂ ਵੀ ਜੋ ਵੀ ਸੰਘਰਸ਼ ਕਰਦੇ ਰਹੇ ਆ, ਉਹ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕਰਨਾ ਸੀ। ਸ਼੍ਰੋਮਣੀ ਕਮੇਟੀ ਤੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਲਈ ਸੀ, ਪਰ ਉੱਥੇ ਵੀ ਹਕੂਮਤਾਂ ਪੈਨੀਟੇਟ ਕਰਕੇ ਤੇ ਆਪਣੀ ਮਰਜ਼ੀ ਦੇ ਕਬਜ਼ੇ ਉਹਨਾਂ ਰੱਖੇ ਹੋਏ ਸਨ। ਤਾਂ ਜਿਸ ਤਰੀਕੇ ਨਾਲ ਕਿਹਾ ਜਾਂਦਾ ਕਿ ਉਸ ਸਮੇਂ ਦੇ ਵਿੱਚ ਸੰਤਾਂ ਦਾ ਬਹੁਤ ਲੋਕ ਪਸੰਦ ਕਰਦੇ ਸੀ, ਆਉਂਦੇ ਸੀ, ਜਾਂਦੇ ਸੀ, ਤਾਂ ਇੱਕ ਬਹੁਤ ਸਾਰੇ ਨਾ ਇੱਕ ਸਵਾਲ ਪੈਦਾ ਹੁੰਦੇ ਜੀ, ਕਹਿੰਦੇ ਸੰਤਾਂ ਕਾਂਗਰਸ ਦੇ ਨਾਲ ਮਿਲ ਚੁੱਕੇ ਹੋਏ ਸੀ। ਵੇਖੋ, ਇੱਕ ਗੱਲ ਤੇ ਆ ਵੀ ਇਲਜ਼ਾਮ ਜੋ ਮਰਜ਼ੀ ਲਾਈ ਜਾਓ, ਉਹ ਸਾਰਾ ਕੁਝ ਤੇ ਸਾਹਮਣੇ ਆ ਗਿਆ ਵੀ ਸੰਤ ਮਿਲੇ ਹੁੰਦੇ ਤੇ ਫਿਰ ਇਹ ਕੁਝ ਵੀ ਹੁੰਦਾ ਜਿਸ ਤਰ੍ਹਾਂ ਉਹਨਾਂ ਨੇ ਅੱਗੋਂ ਮੁਕਾਬਲਾ ਕੀਤਾ। ਸਾਡਾ ਇਹ ਤੇ ਵਿਰੋਧੀ ਤਾਕਤਾਂ ਹਮੇਸ਼ਾ ਹੀ ਇਹ ਚੱਲਦਾ ਹੀ ਆ, ਇਲਜ਼ਾਮ ਲਾਉਣੇ ਆ। ਇੱਕ ਡਾਟਾ ਆਉਂਦਾ, ਇੱਕ ਕਹਿੰਦਾ ਹੈ ਕਿ ਉਸ ਸਮੇਂ ਮਾਹੌਲ ਇੰਨਾ ਖਰਾਬ ਹੋ ਗਿਆ ਸੀ ਕਿ 35,000 ਜਿਹੜੇ ਨੇ ਪੰਜਾਬ ਦੇ ਵਿੱਚ ਕਤਲੇਆਮ ਹੋਏ। ਬਿਲਕੁਲ ਝੂਠ ਆ ਜੀ। ਕਿਹਦਾ 35,000? ਕਿਹਦਾ ਕਤਲੇਆਮ ਹੋਇਆ? ਪੰਜਾਬੀਆਂ ਦਾ ਕਤਲੇਆਮ ਹੋਇਆ, ਜਿਸ ਵਿੱਚ ਹਿੰਦੂ ਵੀ ਸੀ, ਕੁਝ ਪੁਲਿਸ ਮੁਲਾਜ਼ਮ ਵੀ ਸੀ, ਜਿਹੜੇ ਨੇ ਕਿ 35,000 ਬੰਦਿਆਂ ਦਾ ਪੰਜਾਬ 'ਚ ਕਤਲੇਆਮ ਹੋਇਆ, ਜਿਸ ਨੂੰ ਕਿ ਅੱਜ ਤੱਕ ਕਈ ਰਾਜਸੀ ਪਾਰਟੀਆਂ ਆਧਾਰ ਵੀ ਬਣਾ ਚੁੱਕੀਆਂ। ਅੱਜ ਤੱਕ ਕਦੀ ਕਿਸੇ ਨੇ ਉਸ 35,000 ਦਾ ਹਿਸਾਬ ਕਿਤਾਬ ਵਿਖਾਇਆ? ਹਾਂ,
ਸਿੱਖ 25,000 ਸਿੱਖ ਨਿਰਦੋਸ਼ ਮਾਰੇ ਗਏ। ਉਹ ਤੇ ਜਸਵੰਤ ਸਿੰਘ ਖਾਲੜਾ ਨੇ ਲਿਸਟ ਡਿਕਲੇਅਰ ਕਰਤੀ ਬਕਾਇਦਾ, ਸ਼ਮਸ਼ਾਨ ਘਾਟਾਂ ਤੋਂ, ਕਾਰਪੋਰੇਸ਼ਨ ਤੋਂ, ਸਾਰਿਆਂ ਤੋਂ ਲੈ ਕੇ। ਹੁਣ ਮੈਨੂੰ ਨਹੀਂ ਪਤਾ ਤੁਸੀਂ ਕਿਸ 35,000 ਦੀ ਗੱਲ ਕਰਦੇ ਜੇ। ਸਰਕਾਰਾਂ ਕਹਿ ਰਹੀਆਂ ਜੀ ਸੀ ਤੇ ਸਰਕਾਰਾਂ ਦੇ ਬਿਆਨਾਂ ਦੇ ਕਰ ਰਹੇ ਆ ਤਾਂ ਫਿਰ 25,000 ਤੇ ਉਹੀ ਸਿੱਖ ਸਨ, ਤੇ ਬਾਕੀ ਇਹੋ ਜਿਹੇ ਵੀ ਸਿੱਖ ਹੈਗੇ ਵੀ ਜਿਨ੍ਹਾਂ ਦੀ ਲਿਸਟ ਨਹੀਂ ਬਣੀ ਹੋਊਗੀ, ਤੇ 35,000 ਤੋਂ ਬਾਅਦ ਤੇ ਉਹੀ ਜਾਂਦੇ ਆ, ਲੱਖਾਂ 'ਚ ਤੇ ਸਿੱਖ ਹੀ ਹੋ ਗਏ ਸਨ। ਪਰ ਕਹਿੰਦੇ ਮਾਹੌਲ ਖਰਾਬ ਸੀ ਉਸ ਵੇਲੇ, ਉਹਨੂੰ ਕਾਲਾ ਦੌਰ ਕਿਉਂ ਕਿਹਾ ਜਾਂਦਾ? ਕਿਸ ਤਰ੍ਹਾਂ ਮਾਹੌਲ ਖਰਾਬ ਉਹ ਸੀ? ਕਹਿੰਦੇ ਜੀ ਉਸ ਵੇਲੇ ਮਾਹੌਲ ਖਰਾਬ ਸੀ, ਉਸ ਦੌਰ ਨੂੰ ਕਈ ਲੋਕ ਅੱਜ ਵੀ ਕਾਲੇ ਦੌਰ ਦੇ ਨਾਮ ਦੇ ਤੇ ਕਹਿੰਦੇ। ਵੇਖੋ, ਜਿੰਨਾ ਵਿਰੋਧ ਵਾਲਿਆਂ ਨੇ ਤੇ ਕਹਿਣਾ ਹੀ ਕਹਿਣਾ, ਮਾਹੌਲ ਖਰਾਬ ਸਰਕਾਰ ਵੱਲੋਂ ਸੀ, ਨਾ ਕਿ ਸਿੱਖ ਕੌਮ ਵੱਲੋਂ ਜਾਂ ਸੰਤਾਂ ਵੱਲੋਂ ਸੀ। ਸੰਤ ਤੇ ਹਰ ਕਮਿਊਨਿਟੀ ਦੇ ਬੰਦੇ ਨੂੰ ਬਹੁਤ ਸਤਿਕਾਰ ਦਿੰਦੇ ਸਨ। ਜੇ ਕੋਈ ਹਿੰਦੂ ਭਰਾ ਆਉਂਦਾ ਸੀ ਦੂਸਰਿਆਂ ਨਾਲ, ਉਹਨੂੰ ਅੱਗੇ ਆਪਣੇ ਕੋਲ ਬਿਠਾਉਂਦੇ ਸੀ। ਔਰ ਬੜੇ ਕੇਸ ਇਹੋ ਜਿਹੇ ਨੇ ਜਿਹਦੇ ਵਿੱਚ ਇੱਕ ਹਿੰਦੂ ਪਰਿਵਾਰ ਦੀ ਬੇਟੀ ਕੋਈ ਅਗਵਾ ਕਰਕੇ ਲੈ ਗਿਆ ਸੀ, ਉਹ ਚੁੱਕ ਕੇ ਉਹਨਾਂ ਨੂੰ ਡੰਡੇ ਨਾਲ ਉਹਦੇ ਉੱਥੇ ਵਸਾਇਆ ਸੀ, ਵਿਆਹ ਕਰਾਇਆ ਸੀ। ਜੇ ਕਿਸੇ ਹਿੰਦੂ ਪਰਿਵਾਰ ਨਾਲ ਕਿਸੇ ਨੇ ਧੱਕਾ ਕੀਤਾ, ਉਹਨਾਂ ਦੇ ਨੋਟਿਸ 'ਚ ਆ ਜਾਵੇ, ਉਹਨੂੰ ਇਨਸਾਫ ਦਿਵਾਉਂਦੇ ਰਹੇ। ਉੱਥੇ ਸੱਭੇ ਸਾਂਝੀਵਾਲ ਸਦਾਇਨ ਵਾਲੀ ਗੱਲ ਸੀ, ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸੀ, ਜੋ ਦਸਮ ਗੁਰੂ ਸਾਹਿਬਾਨ ਵੇਲੇ ਸੀ, ਜੋ ਬੰਦਾ ਬਹਾਦਰ ਸਿੰਘ ਵੇਲੇ ਸੀ। ਮਤਲਬ ਇਸ ਤਰ੍ਹਾਂ ਦੀ ਸੰਤਾਂ ਵੱਲੋਂ ਕੋਈ ਵੀ ਗੱਲ ਨਹੀਂ ਸੀ ਹੈਗੀ। ਫਿਰ ਹਮਲਾ ਕਿਉਂ? ਮੇਰਾ ਫਿਰ ਸਵਾਲ ਉਹਦੇ ਤੇ ਆ ਰਿਹਾ ਕਿ ਫਿਰ ਹਮਲਾ ਕਿਉਂ? ਅਗਰ ਕਿਸੇ ਤਰ੍ਹਾਂ ਦੀ ਤੁਹਾਡੀ ਮੇਰੀ ਜਾਂ ਕਿਸੇ ਦੀ ਕਿਸੇ ਦੋ ਧੜਿਆਂ ਦੀ ਆਪਸ ਦੇ ਵਿੱਚ ਕੋਈ ਸਹਿਮਤੀ ਨਹੀਂ ਹੁੰਦੀ, ਵਿਚਾਰਧਾਰਾ 'ਚ ਵਖਰੇਵੇਂ ਆ ਜਾਂਦੇ ਆ, ਤਾਂ ਉਹਨੂੰ ਬੈਠ ਕੇ ਵੀ ਮੁਕਾਇਆ ਜਾ ਸਕਦਾ ਸੀ। ਨਹੀਂ, ਹਮਲੇ ਦਾ ਰੀਜਨ ਤੇ ਮੈਂ ਪਹਿਲਾਂ ਦੱਸ ਚੁੱਕਾ ਵੀ ਸਿੱਖ ਕੌਮ ਨੂੰ ਸਬਕ ਸਿਖਾਉਣਾ ਸੀ। ਤੁਸੀਂ ਮੈਨੂੰ ਇਹ ਦੱਸੋ ਵੀ ਉਹ ਹਮਲਾ ਉਸ ਦਿਨ ਹੀ ਕਿਉਂ ਜਿਸ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਵਸ ਸੀ? ਜੇ ਤੁਸੀਂ ਹਮਲੇ ਦੀ ਗੱਲ ਕਰਨੇ, ਹਮਲਾ ਅੱਗੋਂ ਪਿੱਛੋਂ ਵੀ ਹੋ ਸਕਦਾ ਸੀ, ਪਰ ਉਹ ਹਮਲਾ ਤੇ ਹੈਗਾ ਸੀ ਕੌਮ ਨੂੰ ਸਬਕ ਸਿਖਾਉਣ ਦਾ, ਉਹ ਮਤਲਬ ਜਲੀਲ ਕਰਨ ਵਾਲੀ ਗੱਲ ਸੀ। ਇਸੇ ਕਰਕੇ ਹੀ ਹੁਣ ਕਈ ਕਹਿ ਦਿੰਦੇ ਨੇ ਲਓ ਜੀ ਉੱਥੇ ਹਥਿਆਰ ਸਨ ਜਰਨੈਲ ਸਿੰਘ, ਬਾਕੀ 35-36 ਗੁਰਦੁਆਰਿਆਂ 'ਚ ਕਿਹੜੇ ਹਥਿਆਰ ਸੀ? ਉੱਥੇ ਵੀ ਪਰ ਉੱਥੇ ਸਵਾਲ ਹੈ ਉਸ ਵੇਲੇ ਮਾਹੌਲ ਕਿੱਦਾਂ ਦਾ ਸੀ? ਕਿਉਂਕਿ ਜਿਸ ਤਰੀਕੇ ਨਾਲ ਅਸੀਂ ਗੱਲ ਕਰ ਰਹੇ ਹਾਂ, ਤਾਂ ਕਿੰਨੀ ਤਰੀਕ ਤੋਂ ਹੈ ਜਿਹੜੀ ਵਿਉਂਤਬੰਦੀ ਜਿਹੜੀ ਪੂਰੀ ਸ਼ੁਰੂ ਹੋ ਗਈ ਸੀ? ਇਹ ਆਲਮੋਸਟ 1 ਤਰੀਕ ਤੋਂ, ਤੇ 1 ਤਰੀਕ ਵਾਲੇ ਦਿਨ CRP ਵੱਲੋਂ ਇਹ ਜਾਣਨ ਲਈ ਕਿ ਅੰਦਰ ਕਿਸ ਤਰ੍ਹਾਂ ਦੀ ਅੱਗੋਂ ਜਿਹੜਾ ਹੁੰਦਾ ਵੀ ਉਹਦਾ ਹੋਣਾ ਆ ਵਿਰੋਧ ਹੋਣਾ ਕਿਸ ਤਰ੍ਹਾਂ ਦਾ, ਉਹ ਜਾਣਨ ਲਈ ਟਾਵਾਂ ਉਹਨਾਂ ਨੇ ਗੋਲਾਬਾਰੀ 1 ਤਰੀਕ ਨੂੰ ਹੀ ਸ਼ੁਰੂ ਕੀਤੀ ਸੀ, ਗੋਲੀਬਾਰੀ, ਵੀ ਇਹ ਜਾਣਨ ਲਈ ਵੀ ਅੱਗੇ ਕਿਵੇਂ ਦੀ ਗੱਲ ਆ। ਪਰ ਇਹ ਆ ਕਿ ਮੁੜ ਕੇ ਫਿਰ 2-3 ਤਰੀਕ ਤੋਂ ਆਨਵਰਡ ਤੇ ਫੌਜ ਵੀ ਆ ਗਈ ਤੇ ਮਤਲਬ ਪੂਰੇ ਜ਼ੋਰ ਸ਼ੋਰ ਨਾਲ ਅਟੈਕ ਕੀਤਾ। ਇਹ ਭੁਲੇਖਾ ਖਾ ਕੇ ਵੀ ਉਹ ਮੁੱਠੀ ਭਰਨੇ ਤੇ ਅਸੀਂ 2 ਘੰਟਿਆਂ 'ਚ ਲੈ ਆਉਣੇ ਆ ਬਾਹਰ, ਬਾਕੀ ਜੋ ਕੁਝ ਹੋਇਆ ਸਾਰੀ ਕੌਮ ਦੇ ਸਾਹਮਣੇ ਹੀ ਆ। ਫਿਰ ਸ਼ਹਿਰ ਬੰਦ ਸੀ ਉਦੋਂ? ਹਾਂਜੀ, ਉਹ ਤੇ 2-3 ਦਿਨ ਬਿਲਕੁਲ ਹੀ। ਫਿਰ ਵੇਖੋ ਇਹਨਾਂ ਕੀ ਕੀਤਾ, ਬਹਾਨਾ ਬਣਾ ਕੇ। ਤੁਸੀਂ ਕਹਿੰਦੇ ਅਕਾਲੀ ਦਲ ਵਾਲਿਆਂ ਦਾ ਕਿਸ ਤਰ੍ਹਾਂ ਦਾ ਫਰੈਂਡਲੀ ਮੈਚ ਸੀ ਕਿ ਜਾਣ ਕੇ ਉਹ ਪਤਾ ਸੀ ਵੀ ਅਟੈਕ ਕਰਨਾ, ਸਿਵਲ ਨਾਫਰਮਾਨੀ ਦਾ ਐਲਾਨ ਕਰ ਦਿੱਤਾ ਗਿਆ ਅਕਾਲੀ ਦਲ ਵੱਲੋਂ, ਤੇ ਉਸ ਨੂੰ ਬੇਸ ਬਣਾ ਕੇ ਇੰਦਰਾ ਗਾਂਧੀ ਨੇ ਸਾਰਾ ਸੰਚਾਰ ਜਿਹੜਾ ਆ ਉਹ ਮੀਡੀਆ ਜੋ ਕੁਝ ਵੀ ਸੀ, ਟੈਲੀਫੋਨ ਵਗੈਰਾ ਸਾਰਾ ਉਹ ਕੱਟ ਕਰਤਾ, ਬੰਦ ਕਰ ਦਿੱਤਾ। ਉਸ ਗੱਲ ਦਾ ਬਹਾਨਾ ਬਣਾ ਕੇ ਇਹਨਾਂ ਨੇ ਸਿਵਲ ਨਾਫਰਮਾਨੀ ਕਰਨੀ, ਪਰ ਉਹ ਫਰੈਂਡਲੀ ਮੈਚ ਸੀ। ਆਪਸ ਵਿੱਚ ਇੱਕ ਬਹਾਨਾ ਬਣਾਇਆ ਸੀ ਵੀ ਕਿਵੇਂ ਆਪਾਂ ਜਿਹੜਾ ਅਟੈਕ ਕਰਨਾ ਆ ਤੇ ਆਪਸੀ ਲਿੰਕ ਜਿਹੜਾ ਸਾਰਾ ਉਹ ਟੁੱਟ ਜਾਵੇ, ਕਿਤੇ ਵੀ ਕਿਸੇ ਦਾ ਮੈਸੇਜ ਨਾ ਜਾ ਸਕੇ। ਤੁਹਾਡੇ ਭਾਈ ਸਾਹਿਬ ਵੀ ਇਹਦੇ ਵਿੱਚ ਸ਼ਾਮਲ ਰਹੇ ਸੀ? ਹਾਂਜੀ, ਬਿਲਕੁਲ ਰਹੇ ਸੀ ਜੀ। ਤੁਹਾਡੇ ਨਾਲ ਮੁਲਾਕਾਤ ਕਦੋਂ ਹੋਈ ਸੀ ਆਖਰੀ ਮੁਲਾਕਾਤ ਕੋਈ ਹਫ਼ਤਾ ਕੁ ਪਹਿਲਾਂ, ਬਲੂ ਸਟਾਰ ਐਕਸ਼ਨ ਤੋਂ ਹਫ਼ਤਾ 10 ਦਿਨ ਪਹਿਲਾਂ। ਪਤਾ ਸੀ ਉਹਨਾਂ ਨੂੰ ਇਹ ਹਮਲਾ ਹੋਊਗਾ? ਹਾਂਜੀ, ਬਿਲਕੁਲ ਪਤਾ ਸੀ, ਸਾਰਿਆਂ ਨੂੰ ਹੀ ਪਤਾ ਸੀ ਜੀ, ਸਾਨੂੰ ਵੀ ਪਤਾ ਸੀ, ਕੌਮ ਨੂੰ ਵੀ ਪਤਾ ਸੀ ਵੀ ਇਹ ਕੁਝ ਹੋਣਾ ਹੈ। ਤਿਆਰੀ ਕੀਤੀ ਜਾ ਰਹੀ ਸੀ 1.5 ਸਾਲ ਪਹਿਲਾਂ ਤੋਂ ਚਕਰਾਤੇ ਤਿਆਰੀ ਕੀਤੀ ਜਾ ਰਹੀ ਆ। ਜੇ ਉਹ ਚਾਹੁੰਦੇ ਮਤਲਬ ਉੱਥੇ ਬਕਾਇਦਾ ਮਾਡਲ ਬਣਾ ਕੇ ਆਰਮੀ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਆ, ਇਹ ਸਾਰੀ ਇਨਫੋਰਮੇਸ਼ਨਸ ਮਿਲਦੀਆਂ ਹੀ ਸਨ ਸੰਤਾਂ ਨੂੰ ਵੀ, ਤੇ ਇਹ ਇੰਟੈਂਸ਼ਨ ਸੀ, ਤੇ ਤਾਂ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀ। ਭਾਈ ਸਾਹਿਬ ਨਾਲ ਤੁਹਾਡੀ ਗੱਲ ਕਦੋਂ ਹੋਈ? ਮੈਨੂੰ ਹਫ਼ਤਾ ਕੁ ਪਹਿਲਾਂ ਜੀ, ਹੁਣ ਮਤਲਬ ਐਗਜ਼ੈਕਟ ਨਹੀਂ ਯਾਦ, ਹਫ਼ਤਾ ਪਹਿਲਾਂ ਦੀ ਗੱਲ ਆ। ਹਾਂਜੀ, ਉਹ ਕਿਹਾ ਇਹੀ ਵੀ ਇੱਥੇ ਲੜਾ ਮਾਰਾਂਗੇ, ਮਤਲਬ ਗਵਰਨਮੈਂਟ ਦੀ ਤਿਆਰੀ ਆ ਤੇ ਅਸੀਂ ਅੰਦਰ ਲੜਾਂਗੇ। ਹਾਂਜੀ, ਮਤਲਬ ਕੋਈ ਇਸ ਤਰ੍ਹਾਂ ਦਾ ਨਹੀਂ ਸੀ ਕਿ ਸਹਿਮਤੀ ਬੰਦੀ ਨਜ਼ਰ ਆਈ ਕਿਤੇ? ਨਾ ਜੀ, ਕੋਈ ਸਹਿਮਤੀ ਵਾਲੀ ਗੱਲ ਨਹੀਂ ਸੀ, ਨਾ ਹੀ ਸਹਿਮਤੀ ਬਣਨੀ ਸੀ, ਨਾ ਹੀ ਸਰਕਾਰ ਚਾਹੁੰਦੀ ਸੀ ਸਹਿਮਤੀ ਵਾਲੀ ਗੱਲ। ਤੇ ਫਿਰ ਸੰਤਾਂ ਨੇ ਕਿੰਨੀ ਵਾਰੀ ਕਿਹਾ ਸੀ ਵੀ ਜਿਹੜੀਆਂ ਮੰਗਾਂ ਦੇ ਕਰਕੇ ਮੋਰਚਾ ਲੱਗਾ ਆ, ਉਹ ਭਾਵੇਂ ਤੁਸੀਂ ਕਿਸੇ ਨਾਲ ਵੀ ਗੱਲ ਕਰਕੇ ਤੇ ਉਹ ਕਰ ਦਿਓ, ਪੂਰੀਆਂ ਕਰ ਦਿਓ, ਸਾਨੂੰ ਕੋਈ ਨਹੀਂ, ਕਿਸੇ ਹੋਰ ਨਾਲ ਕਰ ਲਓ, ਇਹ ਨਹੀਂ ਹੈ ਵੀ ਸਾਡੇ ਨਾਲ ਹੀ ਕਰੋ। ਸਹਿਮਤੀ ਤੇ ਸਰਕਾਰ ਨੇ ਬਣਾਉਣੀ ਸੀ ਨਾ। ਜਨਰਲ ਸੁਬੇਗ ਸਿੰਘ ਉਹਨਾਂ ਦਾ ਕੀ ਰੋਲ ਰਿਹਾ? ਦੇਖੋ, ਜਨਰਲ ਸੁਬੇਗ ਸਿੰਘ ਹੁਣੀ ਸਾਰਾ ਅੰਦਰ ਦੀ ਟਾਕਰਾ ਕਰਨ, ਫੌਜ ਨਾਲ ਮੁਕਾਬਲਾ ਕਰਨ ਦੀ ਸਾਰੀ ਪਲੈਨਿੰਗ ਹੀ ਉਹਨਾਂ ਦੀ ਸੀ, ਕਿਉਂਕਿ ਉਹ ਬਹੁਤ ਤਜਰਬੇਕਾਰ ਸਨ। ਔਰ ਸਰਕਾਰ ਨੇ ਉਹਨਾਂ ਨੂੰ ਜਿੰਨੀਆਂ ਉਹਨਾਂ ਨਾਲ ਵਧੀਕੀਆਂ ਕੀਤੀਆਂ ਸੀ ਕਿ ਜੋ ਕੁਛ ਉਹਨਾਂ 65-71 ਦੀਆਂ ਲੜਾਈਆਂ, ਫਿਰ 62-65 71 ਦੇ ਵਿੱਚ ਬੰਗਲਾਦੇਸ਼ ਆਜ਼ਾਦ ਕਰਾਉਣਾ, ਤੇ ਬਜਾਏ ਇਸ ਦੇ ਕਿ ਉਹਨਾਂ ਨੂੰ ਕੋਈ ਬਣਦੀ ਉਹਨਾਂ ਦੀ ਤਰੱਕੀ ਦਿੱਤੀ ਦਿੰਦੇ ਉਹਨਾਂ ਨੂੰ ਜਲੀਲ ਕੀਤਾ ਸੀ। ਉਹਨਾਂ ਦੇ ਮਨ 'ਚ ਵੀ ਰੋਸ ਸੀ।
ਫਿਰ ਉਹ ਆ ਕੇ ਉਹਨਾਂ ਨੇ ਮਤਲਬ ਇੱਥੇ ਸਾਰੀ ਪਲੈਨਿੰਗ ਕਰਕੇ ਬੜੇ ਵਧੀਆ ਤਰੀਕੇ ਦੇ ਨਾਲ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਸਾਰਾ ਕੁਝ ਹੋਣਾ, ਔਰ ਉਹ ਸਾਰੇ ਸਿਸਟਮ ਨੂੰ ਜਾਣਦੇ ਸੀ, ਫੌਜ ਦੇ ਸਿਸਟਮ ਨੂੰ। ਉਹ ਇਸ ਕਰਕੇ ਹੀ ਉਹ ਦੰਦ ਖੱਟੇ ਕੀਤੇ, ਜਿਹੜੀ ਇੰਨੀ ਲੰਬੀ ਲੜਾਈ ਚੱਲੀ 6 ਜੂਨ ਤੱਕ। ਸਵਾਲ ਅੱਜ ਵੀ ਖੜੇ ਨੇ, ਹਾਂਜੀ, ਇਹਨਾਂ ਤੇ ਕੀ ਕਹੋ? ਕਿਹੜੇ ਸਵਾਲ? ਸਵਾਲ ਨੇ ਕਿ ਆਖਿਰਕਾਰ ਹੁਣ ਇਨਸਾਫ ਕਿਉਂ ਨਹੀਂ, ਇਨਸਾਫ ਕਿਉਂ ਨਹੀਂ? ਅੱਜ ਤੱਕਨ ਰਿੜਕਦੇ ਨੇ ਮਸਲੇ। ਫਿਰ ਜੂਨ 1984 ਤੋਂ ਬਾਅਦ ਨਵੰਬਰ 1984 ਵੀ ਹੁੰਦਾ ਹੈ। ਬਿਲਕੁਲ ਜੀ, ਕਿਉਂਕਿ ਉਹ ਵੀ ਸੇਮ ਦੁਖਾਂਤ ਹੈ। ਜਿਸ ਤਰੀਕੇ ਨਾਲ ਉਹ ਹਮਲਾ ਸੀ, ਉਸ ਤੋਂ ਬਾਅਦ ਨਵੰਬਰ 1984 ਦਾ ਹਮਲਾ ਹੁੰਦਾ, ਉਹਨੂੰ ਕਿਸ ਤਰ੍ਹਾਂ ਦੇਖਦੇ? ਇਨਸਾਫ ਸਿੱਖਾਂ ਨੂੰ ਕਦੀ ਮਿਲਣਾ ਹੀ ਨਹੀਂ ਹੈ। ਦਿੱਲੀ ਦੀ ਹਕੂਮਤ ਵੱਲੋਂ, ਚਾਹੇ ਉੱਥੇ ਕੋਈ ਬੈਠ ਜੇ, ਕਾਂਗਰਸ ਬੈਠ ਜਾਵੇ, ਬੀਜੇਪੀ ਬੈਠ ਜਾਵੇ, ਕੱਲ੍ਹ ਨੂੰ ਆਮ ਆਦਮੀ ਪਾਰਟੀ ਬੈਠ ਜਾਵੇ, ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ। ਹਾਂਜੀ, ਸੋਚ, ਸਿੱਖ ਵਿਰੋਧੀ ਸੋਚ, ਸਿੱਖ ਵਿਰੋਧੀ ਸੋਚ। ਆਹੋ, ਤੇ ਫਿਰ ਆਜ਼ਾਦ ਕਰਾਇਆ ਤੇ ਤਾਂ ਹੀ ਸਿੱਖ, ਮਤਲਬ ਸਿੱਖਾਂ ਨੇ ਦੇਸ਼ ਆਜ਼ਾਦ ਕਰਾਇਆ, ਮੰਨਦੇ ਹੋ ਨਾ? 85% ਕੁਰਬਾਨੀ ਸਿੱਖਾਂ ਦੀ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ। 90% ਕਹਿੰਦੇ ਜੀ 85 ਤੇ ਆਜ਼ਾਦ ਹੁੰਦੇ ਤੇ ਸਿੱਖਾਂ ਨਾਲ ਵਾਅਦਾ ਕੀਤਾ ਗਿਆ ਸੀ ਵੀ ਤੁਹਾਨੂੰ ਇੱਕ ਆਜ਼ਾਦ ਖਿੱਤਾ ਉੱਤਰੀ ਭਾਰਤ ਵਿੱਚ ਦਿੱਤਾ ਜਾਵੇਗਾ ਜਿੱਥੇ ਤੁਸੀਂ ਆਜ਼ਾਦੀ ਦਾ ਆਨੰਦ ਮਾਣ ਸਕੋ। ਉਹ ਖਿੱਤਾ ਕੀ ਦਿੱਤਾ ਸੀ ਵੀ 10 ਅਕਤੂਬਰ ਨੂੰ ਸਰਕੂਲਰ ਜਾਰੀ ਕਰਤਾ ਵੀ ਸਿੱਖ ਜਰਾਇਮ ਪੇਸ਼ਾ ਕੌਮ ਆ, ਇਹਨੂੰ ਕੁੱਟਿਆ ਮਾਰਿਆ ਜਾਵੇ, ਮਤਲਬ ਜਿਹੜੇ ਪਾਕਿਸਤਾਨ 'ਚੋਂ ਆਏ ਆ ਜਾਂ ਇੱਥੇ ਰਹਿੰਦੇ ਸਿੱਖ ਆ, ਕਾਨੂੰਨ ਦੀ ਪਰਵਾਹ ਕਰਨ ਦੀ ਜ਼ਰੂਰਤ ਨਹੀਂ, ਇਹਨਾਂ ਨੂੰ ਗੋਲੀਆਂ ਮਾਰੋ, ਇਹਨਾਂ ਨੂੰ ਮਾਰ ਸੁੱਟੋ, ਜਦੋਂ ਤੱਦੀ ਨਾਲ ਮਾਰਿਆ ਜਾਵੇ। ਇਹ ਸੋਚ ਸੀ ਕੇਂਦਰ ਦੀ ਹਕੂਮਤਾਂ ਦੀ, ਤੇ ਉਹੀ ਸੋਚ ਹੁਣ ਤੱਕ ਚੱਲੀ ਆ ਰਹੀ ਹੈ। ਹੁਣ ਬੰਦੀ ਸਿੰਘ ਨੇ ਤੁਹਾਡੇ ਸਾਹਮਣੇ ਬਲਾਤਕਾਰੀ ਰਿਹਾ ਹੋ ਰਹੇ ਨੇ, ਰਾਮ ਰਹੀਮ ਨੂੰ ਪਰੋਲਾਂ ਮਿਲਦੀਆਂ ਨੇ, ਗੁਜਰਾਤ ਵਾਲੇ ਬਲਾਤਕਾਰੀ ਰਿਹਾ ਹੋਏ ਨੇ, ਸਿੱਖ ਜਿਹੜੇ ਆ ਬੰਦੀ ਪਹਿਲੇ ਅੰਦਰ ਨੇ। ਹੁਣ ਅੰਮ੍ਰਿਤਪਾਲ ਸਿੰਘ ਵਾਲੇ ਮੁੱਦੇ ਤੇ ਆ ਕੇ ਨਿਰਦੋਸ਼, ਜਿਨ੍ਹਾਂ ਦਾ ਕੋਈ ਉਸ ਤਰ੍ਹਾਂ ਦਾ ਦੋਸ਼ ਨਹੀਂ, ਉਹ ਕੋਈ ਧਾਰਾ ਨਹੀਂ ਬਣਦੀ, NSA ਲਾ ਕੇ ਤੇ ਕਾਲੀ ਪਾਣੀ 'ਚ ਤੁਸੀਂ ਸੁੱਟਣ ਡਿਆ ਜੇ। ਮਤਲਬ ਹੋਰ ਤੁਹਾਡੇ ਸਾਹਮਣੇ ਕੀ ਰੱਖੀਏ ਵੀ ਸਪਸ਼ਟ ਤੇ ਕਲੀਅਰ ਆ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ। ਤਾਂ ਹੁਣ ਜੂਨ 1984 ਦੇ ਹਮਲੇ ਨੂੰ ਲੈ ਕੇ ਸਰਕਾਰ, ਕੇਂਦਰ ਸਰਕਾਰ ਉਸ ਵੇਲੇ ਦੀ ਕਾਂਗਰਸ ਹਕੂਮਤ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ। ਹਾਂਜੀ, ਤਾਂ ਉਸ ਵੇਲੇ ਸਰਕਾਰ ਕਿਹਦੀ ਸੀ ਉਸ ਵੇਲੇ? ਕਿੱਥੇ? ਜੂਨ 1984 'ਚ ਸੈਂਟਰ 'ਚ। ਸੈਂਟਰ 'ਚ ਕਾਂਗਰਸ ਦੀ। ਪਰ ਕਾਂਗਰਸ ਸਰਕਾਰ ਨੂੰ ਵੀ ਓਪੋਜ਼ਿਟ ਕਰਨ ਵਾਲਾ ਕੋਈ ਨਹੀਂ ਸੀ ਸੈਂਟਰ ਲੈਵਲ ਤੇ ਵੀ। ਕਿਵੇਂ? ਸੈਂਟਰ ਲੈਵਲ ਤੇ ਵੀ ਅਪੋਜ਼ ਕਰਨ ਵਾਲਾ ਕੋਈ ਨਹੀਂ ਸੀ। ਅਪੋਜ਼ ਹੁਣ ਡਿਕਟੇਟਰਸ਼ਿਪ ਸੀ, ਡਿਕਟੇਟਰੀ ਰਾਜ ਸੀ ਇੰਦਰਾ ਗਾਂਧੀ ਦਾ। ਗਿਆਨੀ ਜੈਲ ਸਿੰਘ ਨੂੰ ਕੁਛ ਦੱਸਿਆ ਹੀ ਨਹੀਂ ਗਿਆ ਬੀਇੰਗ ਰਾਸ਼ਟਰਪਤੀ। ਉਹਨੇ ਕੀਤੇ ਸੀ? ਨਹੀਂ, ਉਹਨੂੰ ਤੇ ਪੁੱਛਿਆ ਨਹੀਂ, ਸਾਈਨ ਕਰਾਏ ਨਹੀਂ ਉਹਦੇ ਅੰਦਰ ਕੈਦ ਕਰਤਾ ਗਿਆ ਸੀ। ਮਤਲਬ ਵੀ ਅਪੋਜ਼ ਕਰਨਾ ਕਿੰਨੇ ਸੀ ਜਦੋਂ ਡਿਕਟੇਟਰੀ ਰਾਜ ਸੀ, ਜਿਵੇਂ ਅੱਜ ਮੋਦੀ ਜੀ ਦਾ ਰਾਜ ਹੈ, 2 ਜਣਿਆਂ ਦਾ ਹੀ ਰਾਜ ਹੈ ਅੱਜ, ਮੋਦੀ ਜੀ ਦਾ ਤੇ ਅਮਿਤ ਸ਼ਾਹ ਦਾ, ਉਦੋਂ ਇੰਦਰਾ ਗਾਂਧੀ ਦਾ ਸੀ, ਤੇ ਅਪੋਜ਼ ਕਿੰਨੇ ਕਰਨਾ ਸੀ? ਤਾਂ ਹੁਣ ਜਿਹੜਾ ਹੈ ਅੱਜ ਤੱਕ ਜਿਹੜਾ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਕੇਸ ਵੀ ਕੀਤੇ ਗਏ ਸੀ, ਉਹਨਾਂ 'ਚ ਵੀ ਕੋਈ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਨਹੀਂ ਜੀ, ਮੈਂ ਇੱਕੇ ਗੱਲ 'ਚ ਰਿਪੀਟ ਤਾਂ, ਨਾ ਮਿਲਿਆ ਹੈ ਨਾ ਮਿਲਣਾ ਹੈ। ਹੋਰ ਹਰ ਪਾਸੇ ਇਨਸਾਫ ਮਿਲ ਜਾਂਦਾ। ਸਿੱਖ ਸਾਲ 'ਚ ਹੀ ਟੰਗ ਦਿੱਤੇ ਜਾਂਦੇ ਨੇ, ਉਹਨਾਂ 'ਤੇ ਕੇਸ ਬਣ ਜਾਂਦੇ ਨੇ, ਗੁਰਬਚਨੇ ਨੂੰ ਮਾਰਿਆ ਤਾਂ ਬਣ ਗਏ, ਹੋਰ ਵੀ ਕਿੰਨੇ ਵੀ ਆ, ਪਰ ਸਿੱਖਾਂ ਨੂੰ ਇਨਸਾਫ ਕਦੀ ਨਹੀਂ ਮਿਲਣਾ। ਨਵੰਬਰ 1984 'ਚ ਕਿਸ ਤਰੀਕੇ ਦੇ ਨਾਲ ਸਿੱਖ ਕਤਲੇਆਮ ਹੋਇਆ, ਸਮੂਹਕ ਤੌਰ 'ਤੇ ਹੋਇਆ, ਸਰਕਾਰ ਇਨਵੋਲਵ ਹੋਈ ਨਾਲ, ਪੁਲਿਸ ਨਾਲ ਕੋਲ ਖਲੋ ਕੇ ਕਰਵਾ ਰਹੀ, ਤੇ ਇਨਸਾਫ ਕਿੰਨੇ ਦੇਣਾ? ਉਹ ਨਾ ਉਦੋਂ ਮਿਲਿਆ ਤਾਂ ਨਾ ਅੱਜ ਤੱਕ ਮਿਲਿਆ, ਨਾ ਮਿਲਣਾ ਹੈ। ਤੇ ਇਹ ਜਿਹੜੇ ਜੂਨ 1984 ਜਦੋਂ ਵੀ ਜਿਹੜੇ ਜ਼ਖਮ ਨੇ, ਉਹ ਹਰ ਸਾਲ ਉਹ ਰਿਸਦੇ ਰਹਿਣੇ ਆ, ਉਹ ਰਿਸਦੇ ਰਹਿਣੇ ਆ। ਇਹ ਕਦੀ ਵੀ ਨਹੀਂ ਭੁੱਲਣਾ। ਜੂਨ 1984 ਦਰਬਾਰ ਸਾਹਿਬ ਦੇ ਉੱਤੇ ਅਟੈਕ ਆਪਣੇ ਹੀ ਦੇਸ਼ ਦੀਆਂ ਫੌਜਾਂ ਦੇ ਵੱਲੋਂ, ਉਸ ਕੌਮ ਦੇ ਇਸ਼ਟ ਦੇ ਉੱਤੇ ਜਿਸ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ 85% ਦਾ ਰੋਲ ਨਿਭਾਇਆ ਹੋਵੇ, ਉਹਦੇ ਉੱਤੇ ਅਟੈਕ, ਉਹਨਾਂ ਦੇ ਦਿਲ ਦੇ ਉੱਤੇ ਅਟੈਕ, ਇਹ ਕਿਸ ਤਰ੍ਹਾਂ ਭੁੱਲ ਜਾਏਗਾ? ਕਦੀ ਨਹੀਂ ਭੁੱਲਣਾ। ਸਾਰੀ ਉਮਰ ਸਵਾਲ ਜਿੰਦਾ ਰਹਿਣਗੇ। ਹਾਂਜੀ, ਬਿਲਕੁਲ ਰਹਿਣਗੇ ਜੀ। ਤਾਂ ਇਨਸਾਫ ਦੀ ਉਮੀਦ ਨਹੀਂ, ਜਿੰਨਾ ਬਿਲਕੁਲ ਉਮੀਦ ਨਹੀਂ, ਜਿੰਨਾ ਚਿਰ ਸਿੱਖ ਕੌਮ ਹੈਗੀ ਹੈ, ਜਿੰਨਾ ਚਿਰ ਤੋਂ ਮਤਲਬ ਹੋਣੀ ਆ, ਖਾਲਸਾ ਤੇ ਕਦੀ ਖਤਮ ਹੋਣਾ ਨਹੀਂਗਾ, ਤੇ ਇਹ ਸਵਾਲ ਰਹਿਣਾ ਹੀ ਰਹਿਣਾ। ਹਰ ਸਾਲ ਜਦੋਂ ਜੂਨ ਦਾ ਸਪਤਾਹ ਆਏਗਾ, ਹਾਂਜੀ ਬਿਲਕੁਲ, ਤੁਹਾਡੇ ਬੋਲ ਇਸ ਤਰ੍ਹਾਂ ਹੀ ਰਹਿਣਗੇ, ਜਿਸ ਤਰੀਕੇ ਨਾਲ ਸਾਰੀ ਸਿੱਖ ਕੌਮ ਦੇ ਹੀ ਰਹਿਣਗੇ। ਜਵਾਬ ਮੰਗਿਆ ਜਾਏਗਾ, ਲੇਕਿਨ ਜਵਾਬ ਮਿਲੇਗਾ ਵੀ? ਹਾਂਜੀ, ਮਿਲਣਾ ਨਹੀਂਗਾ, ਜਵਾਬ ਵੀ ਨਹੀਂ ਮਿਲੇਗਾ। ਇਨਸਾਫ? ਹਾਂਜੀ, ਇਨਸਾਫ ਤੇ ਹੁਣ 35 ਸਾਲਾਂ ਬਾਅਦ ਕਈ ਰਿੜ ਗਏ ਆ ਜਾਤੀਆਂ ਕਰਨ ਵਾਲੇ, ਇਨਸਾਫ ਕਿੱਥੋਂ ਮਿਲਣਾ? ਕਿੰਨੇ ਇਨਸਾਫ ਦੇਣਾ? ਉਹ ਖੇਡ ਤੇ ਖਤਮ ਆ। ਸ਼ੁਕਰੀਆ, ਮਿਹਰਬਾਨੀ ਇਸ ਪੂਰੇ ਚਰਚਾ 'ਚ ਭਾਗ ਲੈਣ ਵਾਸਤੇ ਤੁਹਾਡਾ ਧੰਨਵਾਦ। ਤਾਂ ਸਨ ਸਰਦਾਰ ਉਪਕਾਰ ਸਿੰਘ ਸੰਧੂ, ਜਿਨ੍ਹਾਂ ਨਾਲ ਅਸੀਂ ਇੱਕ ਬੜੀ ਹੈਲਦੀ ਚਰਚਾ ਕੀਤੀ ਹੈ। ਚਰਚਾ ਦਾ ਮਕਸਦ ਇਹ ਸੀ ਕਿ ਕਿਆ ਇਸ ਹਮਲੇ ਨੂੰ ਰੋਕਿਆ ਜਾ ਸਕਦਾ ਸੀ, ਕਿਉਂਕਿ ਜਿਸ ਤਰੀਕੇ ਦਾ ਮਾਹੌਲ ਉਸ ਵੇਲੇ ਸਿਰਜਿਆ ਗਿਆ ਸੀ, ਤਾਂ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਅਟੈਕ ਹੋਣਾ ਹੀ ਹੋਣਾ। ਹਰ ਕੋਈ ਵਿਅਕਤੀ ਕਹਿੰਦਾ, ਹਰ ਕਿਸੇ ਨੂੰ ਪਤਾ ਸੀ ਅਟੈਕ ਹੋਣਾ, ਲੇਕਿਨ ਸਰਕਾਰਾਂ ਦਾ ਪਹਿਲਾ ਫਰਜ਼ ਹੁੰਦਾ ਸਭ ਤੋਂ ਪਹਿਲਾਂ ਜਾ ਕੇ ਉਸ ਜਗ੍ਹਾ ਦੇ ਉੱਤੇ ਕੰਟਰੋਲ ਕੀਤਾ ਜਾਏ, ਚਾਹੇ ਪਿਆਰ ਦੇ ਨਾਲ, ਚਾਹੇ ਗੁੱਸੇ ਦੇ ਨਾਲ, ਲੇਕਿਨ ਹਮਲਾ ਕਰਨਾ ਜਾਇਜ਼ ਨਹੀਂ ਸੀ। ਤਾਂ ਹਮਲਾ ਰੋਕਿਆ ਜਾ ਸਕਦਾ ਸੀ, ਇਹਦੇ ਉੱਤੇ ਅੱਜ ਅਸੀਂ ਚਰਚਾ ਕੀਤੀ। ਉਮੀਦ ਕਰਦੇ ਹਾਂ ਤੁਸੀਂ ਇਸ ਨੂੰ
ਜ਼ਰੂਰ ਪਸੰਦ ਕੀਤਾ ਹੋਏਗਾ। ਲੇਕਿਨ ਜੂਨ 1984 ਨੂੰ ਲੈ ਕੇ ਸਿੱਖ ਕੌਮ ਦੇ ਸਵਾਲ ਹਮੇਸ਼ਾ ਜਿਹੜੇ ਨੇ ਉਹ ਸਰਕਾਰਾਂ ਦੇ ਅੱਗੇ ਆਉਂਦੇ ਰਹਿਣਗੇ। ਉਹ ਇਸੇ ਤਰ੍ਹਾਂ ਹੀ ਸਰਕਾਰ ਇਹਨਾਂ ਸਵਾਲਾਂ ਨੂੰ ਹਮੇਸ਼ਾ ਆਪਣੇ ਸਾਹਮਣੇ ਵੇਖਦੀ ਰਹੇਗੀ। ਕੈਮਰਾਮੈਨ ਰਮਨੀਤ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।